ਚਾਤਰਿਕ ਦਾ ਲਿਖਿਆ ਹੋਇਆ ਗੀਤ ਖੁਦਾਇਆ ਏ ਪਾਏ ਨੀ ਕੀ ਪੁਆੜੇ ਕਰਾਂਗੇ। ਨਾਮ ਤੋਂ ਹੀ ਪਤਾ ਲੱਗਦਾ ਕਿ ਇੱਕ ਵਿਅੰਗ ਹੈ। ਖੁਦਾਇਆ, ਖੁਦਾਇਆ ਕੀ ਹੁੰਦਾ ਹੈ? ਰੱਬ, ਪਰਮਾਤਮਾ, ਅੱਲਾ। ਕਹਿੰਦਾ ਖੁਦਾਇਆ ਏ ਪਾਏ ਨੀ ਕੀ ਪੁਆੜੇ। ਉਸ ਰੱਬ ਨੇ ਕਹਿੰਦਾ ਇਸ ਸੰਸਾਰ ਦੇ ਵਿੱਚ ਇਨਸਾਨ ਦੇ ਲਈ ਕਿੰਨੇ ਪੁਆੜੇ ਪਾਏ ਹੋਏ ਆ। ਕਿਹੜੇ ਪੁਆੜਿਆਂ ਦੀ ਗੱਲ ਕਰਦਾ? ਕਹਿੰਦਾ ਜਿੱਧਰ ਵੇਖੀਏ ਰਹਿਮਤਾਂ ਦੀ ਝੜੀ ਹੈ, ਕੋਈ ਨਾ ਕੋਈ ਛੇੜਖਾਨੀ ਖੜੀ ਹੈ, ਸਿਆਪੇ ਦੀ ਜੜ ਹੈ ਇਹ ਦੁਨੀਆ ਵੀ ਕੀ ਹੈ, ਲੜਾਈਆਂ ਝਮੇਲੇ ਉਜਾੜੇ ਪੁਜਾੜੇ, ਖੁਦਾਇਆ ਏ ਪਾਏ ਨੀ ਕੀ ਪੁਆੜੇ। ਕਹਿੰਦਾ ਇਸ ਸੰਸਾਰ ਦੇ ਵਿੱਚ ਜਿੱਧਰ ਵੀ ਦੇਖੀਏ ਉਸ ਰੱਬ ਦੀਆਂ ਰਹਿਮਤਾਂ ਦੀਆਂ ਝੜੀਆਂ ਲੱਗੀਆਂ ਹੋਈਆਂ। ਰੱਬ ਦੀਆਂ ਰਹਿਮਤਾਂ ਭਾਵ ਬਖਸ਼ਿਸ਼ਾਂ। ਰੱਬ ਨੇ ਸਾਨੂੰ ਬਹੁਤ ਕੁਝ ਦਿੱਤਾ। ਆਪਣਾ ਪਰਿਵਾਰ ਹੀ ਦੇਖ ਲਓ, ਜੇਕਰ ਤੁਸੀਂ ਪਰਿਵਾਰ ਦੇ ਵਿੱਚ ਬੈਠੇ ਹੋ ਤਾਂ ਉਹ ਵੀ ਤਾਂ ਪ੍ਰਮਾਤਮਾ ਦੀ ਇੱਕ ਰਹਿਮਤ ਹੀ ਹੈ। ਜੇਕਰ ਤੁਸੀਂ ਪੜ੍ਹ ਰਹੇ ਹੋ ਤਾਂ ਬਹੁਤ ਸਾਰੇ ਲੋਕ ਹੈ ਜਿਹੜੇ ਤਰਸਦੇ ਆ ਪੜ੍ਹਨ ਦੇ ਲਈ, ਪਰ ਉਹਨਾਂ ਕੋਲ ਪੈਸੇ ਹੈ ਨਹੀਂ, ਜਾਂ ਫਿਰ ਉਹਨਾਂ ਦੇ ਘਰ ਦੇ ਚਾਹੁੰਦੇ ਨਹੀਂ ਪੜ੍ਹਾਉਣਾ। ਇਹ ਵੀ ਤਾਂ ਇੱਕ ਰਹਿਮਤ ਹੈ ਨਾ, ਜੇਕਰ ਅਸੀਂ ਮੰਨੀਏ ਤਾਂ। ਫਿਰ ਹੋਰ ਕੁਦਰਤ ਦੇ ਵਿੱਚ ਸਾਨੂੰ ਕਿੰਨੇ ਨਜ਼ਾਰੇ ਦਿੱਤੇ ਆ ਉਹਨੇ, ਹੈ ਨਾ। ਸਾਡੇ ਲਈ ਕਿੰਨੇ ਤਰ੍ਹਾਂ ਦੇ ਫਲ, ਮੇਵੇ, ਸਬਜ਼ੀਆਂ, ਕਿੰਨਾ ਕੁਛ ਦਿੱਤਾ ਸਾਨੂੰ। ਕਹਿੰਦਾ ਇਹ ਸਾਰੇ ਸੰਸਾਰ ਦੇ ਵਿੱਚ ਉਹਦੀਆਂ ਰਹਿਮਤਾਂ ਦੀ ਝੜੀ ਲੱਗੀ ਹੋਈ ਹੈ, ਕੋਈ ਨਾ ਕੋਈ ਛੇੜਖਾਨੀ ਖੜੀ ਹੈ। ਪਰ ਕਹਿੰਦਾ ਨਾਲ ਹੀ ਕੋਈ ਨਾ ਕੋਈ ਛੇੜਖਾਨੀ ਵੀ ਤਿਆਰੀ ਹੈ ਨਾ। ਬੰਦਾ ਜਿਹੜਾ ਟਿੱਕੇ ਨਹੀਂ ਬਹਿੰਦਾ, ਕੁਛ ਨਾ ਕੁਛ ਕਰਦਾ ਰਹਿੰਦਾ ਤੇ ਕਿਸੇ ਨਾ ਕਿਸੇ ਝਮੇਲੇ ਦੇ ਵਿੱਚ ਫਸਿਆ ਰਹਿੰਦਾ। ਕਹਿੰਦਾ ਸਿਆਪੇ ਦੀ ਜੜ ਹੈ ਇਹ ਦੁਨੀਆ ਵੀ ਕੀ ਹੈ। ਕਹਿੰਦਾ ਇਹ ਜਿਹੜੀ ਦੁਨੀਆ ਹੈ ਇਹ ਤਾਂ ਸਿਆਪੇ ਦੀ ਜੜ ਹੈ। ਕਹਿੰਦਾ ਕੀ ਹੈ ਇਹ ਦੁਨੀਆ? ਕਹਿੰਦਾ ਲੜਾਈਆਂ ਝਮੇਲੇ ਉਜਾੜੇ ਪੁਜਾੜੇ। ਇੱਥੇ ਕੀ ਹੁੰਦਾ? ਕਹਿੰਦਾ ਅਸੀਂ ਆਪਸ ਦੇ ਵਿੱਚ ਲੜਾਈਆਂ ਦੇ ਵਿੱਚ ਫਸੇ ਰਹਿੰਦੇ ਹਾਂ। ਕਹਿੰਦਾ ਹੋਰ ਹੀ ਝਮੇਲਿਆਂ ਉਲਝਣਾਂ ਦੇ ਵਿੱਚ ਫਸੇ ਰਹਿੰਦੇ ਹਾਂ। ਕਹਿੰਦਾ ਉਜਾੜੇ ਪਾ ਲੈਂਦੇ ਹਾਂ ਆਪਾਂ ਆਪਸ ਦੇ ਵਿੱਚ ਲੜ ਲੜ ਕੇ। ਕਹਿੰਦਾ ਖੁਦਾਇਆ ਏ ਪਾਏ ਨੀ ਕੀ ਪੁਆੜੇ। ਇਸ ਸੰਸਾਰ ਦੇ ਵਿੱਚ ਪਰਮਾਤਮਾ ਨੇ, ਰੱਬ ਨੇ ਇਸ ਇਨਸਾਨ ਦੇ ਲਈ ਕਿੰਨੇ ਪੁਆੜੇ ਖੜੇ ਕੀਤੇ ਆ। ਕਹਿੰਦਾ ਰਿਜ਼ਕ ਦੇ ਅਡੰਬਰ, ਭਰਾਵਾਂ ਦੀ ਦਾਰੀ, ਔਲਾਦਾਂ ਦੇ ਸੁੱਖ, ਮੁਲਕ ਦੀ ਜ਼ਿੰਮੇਵਾਰੀ, ਖੁਦਾ ਦੀ ਇਬਾਦਤ, ਅਗਾਂਹ ਦੀ ਤਿਆਰੀ, ਜ਼ਰਾ ਜਿੰਨੀ ਜ਼ਿੰਦੜੀ ਤੇ ਐਨੇ ਪੁਆੜੇ। ਖੁਦਾਇਆ ਏ ਪਾਏ ਨੀ ਕੀ ਪੁਆੜੇ। ਰਿਜ਼ਕ ਦੇ ਅਡੰਬਰ, ਰਿਜ਼ਕ ਕੀ ਹੁੰਦਾ? ਰੋਟੀ। ਅਡੰਬਰ ਕੀ ਹੁੰਦਾ? ਕੰਮ ਕਾਰ। ਕਹਿੰਦਾ ਰਿਜ਼ਕ ਦੀ ਖਾਤਰ ਇਨਸਾਨ ਜਿਹੜਾ ਕਿੰਨੇ ਕੰਮ ਕਰਦਾ, ਕਿੰਨੇ ਪਾਪੜ ਵੇਲਦਾ, ਉਹ ਕਦੇ ਰਿਸ਼ਵਤਾਂ ਤੱਕ ਜਾਂਦਾ, ਕਦੇ ਉਹ ਪੜ੍ਹਦਾ, ਕਦੇ ਕੁਛ ਕਰਦਾ, ਕਦੇ ਕੁਛ ਕਰਦਾ, ਕਦੇ ਆਪਣੇ ਦੇਸ਼ ਦੇ ਵਿੱਚ ਕਮਾਉਣ ਬਾਰੇ ਸੋਚਦਾ, ਕਦੇ ਕਹਿੰਦਾ ਮੈਂ ਵਿਦੇਸ਼ਾਂ ਦੇ ਵਿੱਚ ਜਾ ਕੇ ਕਮਾ ਲਵਾਂ। ਕਿੰਨੇ ਅਡੰਬਰ ਕਰਦਾ। ਭਰਾਵਾਂ ਦੀ ਦਾਰੀ, ਕਈ ਵਾਰੀ ਜੇਕਰ ਬੰਦੇ ਕੋਲ ਨਾ ਹੋਵੇ ਕੁਛ, ਫਿਰ ਭਰਾਵਾਂ ਦੀ ਦਾਰੀ ਭਾਵ ਮੁਹਤਾਜੀ ਵੀ ਕਰਨੀ ਪੈਂਦੀ, ਉਹਨਾਂ ਦੇ ਅਧੀਨ ਵੀ ਰਹਿਣਾ ਪੈਂਦਾ, ਉਹਨਾਂ ਤੋਂ ਹੱਥ ਫੈਲਾਣੇ ਪੈਂਦੇ ਆ ਕਿ ਭਰਾਵਾ ਮੈਨੂੰ ਇੰਨੇ ਕੁ ਰੁਪਈਏ ਦੇ ਮੇਰਾ ਅੱਜ ਦਾ ਦਿਨ ਸਾਰ ਦੇ। ਕਹਿੰਦਾ ਔਲਾਦਾਂ ਦੇ ਸੁੱਖ, ਫਿਰ ਇਨਸਾਨ ਜਿਹੜਾ ਆਪਣੀ ਔਲਾਦ ਬਾਰੇ ਵੀ ਸੋਚਦਾ ਰਹਿੰਦਾ ਸਾਰੀ ਜ਼ਿੰਦਗੀ ਕਿ ਇਹ ਹੁਣ ਪੜ੍ਹ ਜਾਵੇ, ਹੁਣ ਇਹ ਵੱਡਾ ਹੋ ਜਾਵੇ, ਚੰਗੀ ਤਰ੍ਹਾਂ, ਹੈ ਨਾ, ਸਿਹਤਮੰਦ ਰਵੇ, ਜਾਂ ਫਿਰ ਇਹਦੀ ਪੜ੍ਹਾਈ ਹੋ ਜਾਵੇ, ਨੌਕਰੀ ਲੱਗ ਜਾਵੇ, ਵਿਆਹ ਹੋ ਜਾਣ, ਇਹਦੇ ਬੱਚੇ ਹੋ ਜਾਣ। ਇਹਨਾਂ ਚੱਕਰਾਂ ਦੇ ਵਿੱਚ ਇਨਸਾਨ ਫਸਿਆ ਰਹਿੰਦਾ। ਕਹਿੰਦਾ ਮੁਲਕ ਦੀ ਜ਼ਿੰਮੇਵਾਰੀ, ਫਿਰ ਆਪਾਂ ਆਪਣੇ ਦੇਸ਼ ਬਾਰੇ ਵੀ ਸੋਚਦੇ ਹਾਂ ਕਿ ਇਹ ਤਰੱਕੀ ਕਰੇ। ਜੇ ਸੰਸਾਰ ਤੱਕ ਸਾਡਾ ਜਿਹੜਾ ਦੇਸ਼ ਹੈ ਉਹ ਤਰੱਕੀ ਕਰੇਗਾ, ਆਪਣਾ ਸੰਸਾਰ ਦੇ ਨਾਲ ਖੜਨ ਜੋਗੇ ਹੋਵਾਂਗੇ, ਤਾਂ ਫਿਰ ਉਹਦੇ ਨਾਲ ਸਾਡੀ ਵੀ ਤਰੱਕੀ ਹੋਊਗੀ। ਕਹਿੰਦਾ ਖੁਦਾ ਦੀ ਇਬਾਦਤ, ਅਗਾਂਹ ਦੀ ਤਿਆਰੀ। ਫਿਰ ਸਾਨੂੰ ਇਹ ਵੀ ਯਾਦ ਰਹਿੰਦਾ ਕਿ ਅੱਗੇ ਦੀ ਵੀ ਤਿਆਰੀ ਹੈ, ਉਮਰ ਵਧੀ ਜਾਂਦੀ ਹੈ ਤੇ ਅੱਗੇ ਵੱਲ ਨੂੰ ਅਸੀਂ ਜਾਣਾ ਹੈ, ਤੇ ਮੌਤ ਤੋਂ ਬਾਅਦ ਫਿਰ ਸਾਡੇ ਕਰਮਾਂ ਦਾ ਲੇਖਾ ਜੋਖਾ ਹੋਣਾ। ਇਸ ਕਰਕੇ ਅਸੀਂ ਕੀ ਕਰਦੇ ਹਾਂ? ਖੁਦਾ ਦੀ ਇਬਾਦਤ। ਇਬਾਦਤ ਕੀ ਹੁੰਦੀ ਹੈ? ਉਹਦੀ ਬੰਦਗੀ ਕਰਨਾ, ਭਗਤੀ ਕਰਨਾ, ਨਾਮ ਲੈਣਾ ਰੱਬ ਦਾ। ਕਹਿੰਦਾ ਅਸੀਂ ਉਹ ਵੀ ਕਰਦੇ ਹਾਂ। ਕਹਿੰਦਾ ਜ਼ਰਾ ਜਿੰਨੀ ਜ਼ਿੰਦੜੀ ਤੇ ਇੰਨੇ ਪੁਆੜੇ। ਕਿੰਨੇ ਅਸੀਂ ਕਹਿੰਦਾ ਇੰਨੀ ਛੋਟੀ ਜਿਹੀ ਜ਼ਿੰਦਗੀ ਵਿੱਚ ਕਿੰਨੇ ਪੁਆੜੇ, ਸਾਨੂੰ ਕਿੰਨਾ ਕੁਛ ਕਰਨਾ ਪੈਂਦਾ। ਆ ਜਿੰਨੀਆਂ ਉੱਪਰ ਗੱਲਾਂ ਲਿਖੀਆਂ ਉਹਨੂੰ ਇਹ ਪੁਆੜੇ ਜਾਪਦੇ ਆ। ਕਹਿੰਦਾ ਖੁਦਾਏ ਪਾਏ ਨੀ ਕੀ ਪੁਆੜੇ। ਜਵਾਨੀ ਦੀ ਵਹਿਸ਼ਤ, ਖੁਦੀ ਦੀ ਖੁਮਾਰੀ, ਨਵਾਬੀ ਦਾ ਚਾਅ, ਮੁਫਤਖੋਰਾਂ ਦੀ ਯਾਰੀ, ਆਯਾਸ਼ੀ ਦੀ ਧੁਨ, ਫੈਸ਼ਨਾਂ ਦੀ ਬਿਮਾਰੀ, ਬੁਰਾ ਹਾਲ, ਓੜਕ ਤੇ ਬੌਂਕੇ ਦਿਹਾੜੇ, ਖੁਦਾਇਆ ਏ ਪਾਏ ਨੀ ਕੀ ਪੁਆੜੇ। ਹੁਣ ਇੱਥੇ ਕੀ ਕਰਦਾ ਗੱਲ? ਕਹਿੰਦਾ ਜਵਾਨੀ ਦੀ ਵਹਿਸ਼ਤ। ਜਵਾਨੀ ਹਰੇਕ ਤੇ ਹੀ ਆਉਂਦੀ ਹੈ ਇਸ ਸੰਸਾਰ ਦੇ ਵਿੱਚ। ਕਹਿੰਦਾ ਜਵਾਨੀ ਵੇਲੇ ਕੀ ਹੁੰਦੀ ਹੈ? ਵਹਿਸ਼ਤ ਹੁੰਦੀ। ਵਹਿਸ਼ਤ ਕੀ ਹੁੰਦੀ ਹੈ? ਪਸ਼ੂਪੁਣਾ। ਕਹਿੰਦਾ ਇਨਸਾਨ ਕਿਹੋ ਜਿਹਾ ਕੰਮ ਕਰਦਾ? ਪਸ਼ੂਆਂ ਵਰਗੇ ਕੰਮ ਕਰਦਾ। ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਕਰਨਾ ਹੈ, ਕੀ ਸਹੀ ਹੈ, ਕੀ ਗਲਤ ਹੈ। ਕਹਿੰਦਾ ਖੁਦੀ ਦੀ ਖੁਮਾਰੀ, ਉਹਦੇ ਵਿੱਚ ਖੁਦੀ ਬਹੁਤ ਹੁੰਦੀ। ਖੁਦੀ ਭਾਵ ਹੰਕਾਰ, ਮੈਂ, ਹੈ ਨਾ, ਮੈਂ ਹੀ ਮੈਂ ਆ ਸਾਰੇ ਪਾਸੇ। ਜੇਕਰ ਘਰਦਿਆਂ ਨੇ ਕੁਛ ਕਹਿਤਾ, ਨਾ ਜੀ ਮੈਂ ਨਹੀਂ ਮੰਨਦਾ। ਜੇਕਰ ਟੀਚਰ ਨੇ ਕਹਿਤਾ, ਟੀਚਰ ਦਾ ਵਿਚਾਰਾ ਕਹਿ ਹੀ ਨਹੀਂ ਸਕਦਾ, ਅਸੀਂ ਉਹਨੂੰ ਕਹਿਣ ਹੀ ਨਹੀਂ ਦਿੰਦੇ, ਉਹਨੂੰ ਹੱਕ ਹੀ ਨਹੀਂ ਦਿੰਦੇ ਆਪਾਂ ਕਿ ਉਹ ਕੁਛ ਬੋਲੇ, ਹੈ ਨਾ। ਕਹਿੰਦਾ ਨਵਾਬੀ ਦਾ ਚਾਅ। ਇਸ ਸਮੇਂ ਕੀ ਹੁੰਦਾ? ਜਦੋਂ ਬੰਦਾ ਜਵਾਨ ਹੁੰਦਾ ਹੈ ਤਾਂ ਉਹਨੂੰ ਐਂ ਹੁੰਦਾ ਵੀ ਮੈਂ ਸਾਰਿਆਂ ਦਾ ਮੋਢੀ ਬਣਾ ਤੇ ਮੇਰੇ ਕੋਲੋਂ ਹੀ ਸਾਰੇ ਪੁੱਛ ਪੜਤਾਲ ਕਰਨ, ਮੈਂ ਹੀ ਉਹਨਾਂ ਨੂੰ ਰਾਸਤੇ ਦਿਖਾਵਾਂ, ਭਾਵੇਂ ਗਿਆਨ ਹੋਵੇ ਨਾ ਹੋਵੇ, ਪਰ ਨਵਾਬ ਬਣਨ ਦਾ ਚਾਅ ਸਾਨੂੰ ਬਹੁਤ ਹੁੰਦਾ। ਕਹਿੰਦਾ ਮੁਫਤਖੋਰਾਂ ਦੀ ਯਾਰੀ। ਕਹਿੰਦਾ ਮੁਫਤਖੋਰ ਯਾਰ ਕਿੱਦਾਂ ਦੇ ਹੁੰਦੇ ਆ, ਦੋਸਤ ਕਿੱਦਾਂ ਦੇ ਹੁੰਦੇ ਆ? ਮੁਫਤਖੋਰ, ਹੈ ਨਾ। ਜੇਕਰ ਚਾਹ ਪੀਣ ਚਲੇ ਗਏ ਤਾਂ ਚਾਹ ਤਾਂ ਸਾਰਿਆਂ ਨੇ ਪੀ ਲੈਣੀ ਹੈ, ਪਰ ਜੇਬ ਆਪਣੀ ਕਿਸੇ ਇੱਕ ਅੱਧੇ ਨੇ ਖੋਲਣੀ ਹੈ ਵੀ ਮੈਂ ਪੈਸੇ ਦੇ ਦੇਣਾ। ਆਯਾਸ਼ੀ ਦੀ ਧੁਨ, ਫਿਰ ਸਾਡੇ ਵਿੱਚ ਆਯਾਸ਼ੀ ਭਾਵ ਐਸ ਪ੍ਰਸਤ ਜੀਵਨ ਜੀਣ ਦੀ ਧੁਨ ਲੱਗੀ ਹੁੰਦੀ ਹੈ ਕਿ ਮੈਂ ਸਾਰਾ ਕੁਛ ਲੈ ਲਵਾਂ, ਮੈਨੂੰ ਘਰ ਦੇ ਬੁਲਟ ਵੀ ਲੈ ਦੇਣ, ਨਾ, ਮੈਨੂੰ ਘਰ ਦੇ ਕਾਰ ਵੀ ਲੈ ਦੇਣ, ਮੈਨੂੰ ਸਾਰੇ ਸੁੱਖ ਆਰਾਮ ਦੇ ਦੇਣ ਜਿਹੜੇ ਬਾਹਰ ਮੈਨੂੰ ਬਹੁਤ ਅਮੀਰ ਜ਼ਿਆਦਾ ਜਾਂ ਅਮੀਰ ਜ਼ਿਆਦੀ, ਹੈ ਨਾ, ਉਹ ਦਿਖਾਣ ਲੋਕਾਂ ਦੇ ਸਾਹਮਣੇ। ਫੈਸ਼ਨਾਂ ਦੀ ਬਿਮਾਰੀ, ਫਿਰ ਜਿੰਨੇ ਵੀ ਫੈਸ਼ਨ ਹੁੰਦੇ, ਨਵਾਂ ਕੁਛ ਵੀ ਨਿਕਲਦਾ ਉਹ ਵੀ ਹੁੰਦਾ ਕਿ ਮੈਂ ਕਰ ਲਵਾਂ, ਬਸ ਮੈਂ ਕੋਈ ਛੱਡਾਂ ਨਹੀਂ।
ਕਹਿੰਦਾ ਇਹ ਵੀ ਬਿਮਾਰੀ ਹੈ। ਤੇ ਜੇਕਰ ਧਨੀ ਰਾਮ ਚਾਤਰਿਕ ਹੁਣ ਆ ਜਾਵੇ, ਹੁਣ ਤਾਂ ਪਤਾ ਹੀ ਨਹੀਂ ਕੀ ਲਿਖ ਦੇਵੇ ਉਹ ਆਪਣੇ ਜ਼ਮਾਨੇ ਦੇ ਵਿੱਚ ਇਹ ਕਹਿ ਰਿਹਾ ਕਿ ਆਹ ਕੁਛ ਹੋ ਰਿਹਾ। ਕਹਿੰਦਾ ਬੁਰਾ ਹਾਲ ਓੜਕ ਤੇ ਬੌਂਕੇ ਦਿਹਾੜੇ, ਕਹਿੰਦਾ ਬਸ ਜਿੱਧਰ ਦੇਖ ਲਓ ਬੌਂਕੇ ਦਿਹਾੜੇ ਹੀ ਆ, ਬੁਰਾ ਹਾਲ ਹੀ ਆ। ਕਹਿੰਦਾ ਸਾਰੇ ਪਾਸੇ ਖੁਦਾਇਆ ਆਏ ਪਾਏ ਨਹੀਂ ਕੀ ਪੁਆੜੇ, ਕਿਹਨਾਂ ਚੱਕਰਾਂ ਦੇ ਵਿੱਚ ਕਹਿੰਦਾ ਉਸ ਰੱਬ ਨੇ ਸਾਨੂੰ ਪਾਇਆ ਹੋਇਆ, ਕਿੰਨੇ ਪੁਆੜੇ ਖੜੇ ਕੀਤੇ ਹੋਏ ਆ। ਅਮੀਰਾਂ ਦੇ ਧੱਕੇ, ਮਜ਼ਦੂਰਾਂ ਦੀ ਕਲਕਲ, ਮੁਥਾਜ਼ਾਂ ਦੀ ਦੇ ਵਕੀਲਾਂ ਦੀ ਹਲਚਲ, ਕੰਗਾਲੀ ਦਾ ਰੋਣਾ ਤੇ ਕਰਜ਼ੇ ਦੀ ਦਲਦਲ, ਬਿਕਾਰੀ ਦੇ ਹੌਕੇ, ਗਰੀਬੀ ਦੇ ਹਾੜੇ, ਖੁਦਾਇਆ ਏ ਪਾਏ ਨੀ ਕੀ ਪੁਆੜੇ। ਜਿਹੜੇ ਅਮੀਰ ਲੋਕ ਹੈ, ਅਮੀਰਾਂ ਦੇ ਧੱਕੇ, ਅਮੀਰ ਲੋਕ ਹੈ ਉਹ ਗਰੀਬਾਂ ਨੂੰ ਝੱਲਦੇ ਨਹੀਂ, ਉਹ ਗਰੀਬਾਂ ਤੋਂ ਕੰਮ ਵੀ ਕਰਵਾ ਲੈਣਦੇ ਆ, ਫਿਰ ਧੱਕੇ ਵੀ ਮਾਰੀ ਜਾਣੇ ਆ ਉਹਨਾਂ ਨੇ। ਕਹਿੰਦਾ ਮਜ਼ਦੂਰਾਂ ਦੀ ਕਲਕਲ, ਜਿਹੜੇ ਮਜ਼ਦੂਰ ਹੈ ਉਹ ਵੀ ਰੌਲਾ ਰੱਪਾ ਆਪਣਾ ਪਾਈ ਰੱਖਦੇ ਆ। ਕਹਿੰਦਾ ਮੁਥਾਜ਼ਾਂ ਦੀ ਦੇ ਜਿਹੜੇ ਮੁਹਤਾਜ ਵਿਚਾਰੇ ਅਧੀਨ ਰਹਿ ਕੇ ਕਿਸੇ ਦੇ ਕੰਮ ਕਰਦੇ, ਕਿਸੇ ਦੇ ਗੁਲਾਮ ਹੁੰਦੇ ਆ, ਉਹ ਵੀ ਵਿਚਾਰੇ ਦੇ ਕਰਦੇ ਰਹਿੰਦੇ ਆ, ਪਰ ਉਹਨਾਂ ਨੂੰ ਦਿੰਦਾ ਕੌਣ। ਕਹਿੰਦਾ ਵਕੀਲਾਂ ਦੀ ਹਲਚਲ, ਵਕੀਲ ਹੁੰਦੇ ਆ ਨਾ ਕਈ, ਇੱਧਰੋਂ ਗੱਲ ਕਰਕੇ ਦੂਸਰੇ ਘਰ ਲਾ ਦਿੱਤੀ, ਬਸ ਉਹ ਵਸਾਣ ਤੇ ਹੀ ਹੁੰਦੇ ਆ ਵੀ ਲੋਕ ਬਸ ਫਸੇ ਰਹਿਣ, ਉਹਨਾਂ ਨੂੰ ਚੁਗਲੀ ਕਰਕੇ ਨਜ਼ਾਰਾ ਆਉਂਦਾ। ਕਹਿੰਦਾ ਉਹ ਵੀ ਆਪਣੀ ਹਲਚਲ ਮਚਾਈ ਰੱਖਦੇ, ਉਹਨਾਂ ਨੇ ਆਪਣੀ ਦੁਨੀਆ ਵੱਖਰੀ ਸਿਰਜੀ ਹੋਈ ਹੁੰਦੀ ਹੈ। ਕਹਿੰਦਾ ਕੰਗਾਲੀ ਦਾ ਰੋਣਾ, ਕੰਗਾਲੀ ਭਾਵ ਗਰੀਬੀ, ਜਿਹੜੇ ਲੋਕ ਗਰੀਬ ਆ ਉਹਨਾਂ ਦਾ ਆਪਣਾ ਵੱਖਰਾ ਰੋਣਾ ਹੁੰਦਾ ਹੈ ਕਿ ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ, ਹੈ ਨਾ। ਕਹਿੰਦਾ ਤੇ ਕਰਜ਼ੇ ਦੀ ਦਲਦਲ, ਤੇ ਜਿਹੜਾ ਇੱਕ ਵਾਰੀ ਬੰਦਾ ਕਰਜ਼ੇ ਦੇ ਵਿੱਚ ਫਸ ਗਿਆ ਉਹ ਤਾਂ ਫਿਰ ਉਸ ਦਲ ਦੇ ਵਿੱਚ ਫਸਿਆ ਹੀ ਰਹਿ ਜਾਂਦਾ, ਉਹਦੇ ਵਿੱਚੋਂ ਨਿਕਲਣਾ ਉਹਦੇ ਲਈ ਔਖਾ ਹੁੰਦਾ। ਇਹ ਵੀ ਇੱਕ ਨਵੀਂ ਸਮੱਸਿਆ। ਕਹਿੰਦਾ ਬੇਕਾਰੀ ਦੇ ਹੌਂਕੇ, ਬੇਕਾਰੀ, ਜਿਹੜਾ ਬੰਦਾ ਪੜ੍ਹ ਲਿਖ ਗਿਆ, ਵੱਡਾ ਹੋ ਗਿਆ ਜਾਂ ਫਿਰ ਕੰਮ ਸਿੱਖ ਲਿਆ, ਫਿਰ ਵੀ ਬੇਕਾਰ ਬੈਠਾ ਉਹਨੂੰ ਕੰਮ ਨਹੀਂ ਮਿਲ ਰਿਹਾ, ਇਹ ਵੱਖਰੇ ਹੌਂਕੇ ਆ। ਬੰਦਾ ਸੋਚਦਾ ਰਹਿੰਦਾ ਕਿ ਮੈਂ ਹੁਣ ਰੋਟੀ ਦੇ ਚ ਕਿੱਦਾਂ ਚਲਾਵਾਂ ਆਪਾਂ ਆਪਣੀ। ਗਰੀਬੀ ਦੇ ਹਾੜੇ, ਗਰੀਬੀ ਹੈ ਨਾ, ਇਹਦੇ ਆਪਣੇ ਹਾੜੇ, ਅਸੀਂ ਰੱਬ ਦੇ ਅੱਗੇ ਅਰਦਾਸਾਂ ਕਰਦੇ ਰਹਿੰਦੇ ਕਿ ਮੇਰੀ ਗਰੀਬੀ ਉਹ ਚੱਕ ਦੇਵੇ, ਹੈ ਨਾ। ਇਹਨਾਂ ਤਾਲਿਆਂ ਵਿੱਚ ਫਸੇ ਰਹਿੰਦੇ, ਖੁਦਾਇਆ ਏ ਪਾਏ ਨਹੀਂ ਕੀ ਪੁਆੜੇ। ਪੜ੍ਹਾਈ ਦੇ ਵਾਅਦੇ, ਵੈਕੈਂਸੀ ਦੇ ਹਾਵੇ, ਸਿਫਾਰਿਸ਼ ਦੀ ਟੋਹ, ਦਰਦੀਆਂ ਦੇ ਦਿਖਾਵੇ, ਮੌਕੂਫੀ ਦਾ ਡਰ, ਅਫਸਰਾਂ ਦੇ ਡਰਾਵੇ, ਰਿਡਕਸ਼ਨ ਤੇ ਸ਼ਾਂਟੀ, ਰੌਲੇ ਅਵਾੜੇ, ਖੁਦਾਇਆ ਏ ਪਾਏ ਨਹੀਂ ਕੀ ਪੁਆੜੇ। ਹੁਣ ਇੱਥੇ ਇਹ ਸਾਡੀ ਗੱਲ ਕਰ ਗਏ। ਕਹਿੰਦਾ ਪੁਆੜੇ, ਪੜ੍ਹਾਈ ਦੇ ਵਾਅਦੇ, ਕਹਿੰਦਾ ਫਿਰ ਹੁੰਦਾ ਹੈ ਜਦੋਂ ਆਪਾਂ ਪੜ੍ਹਨ ਲੱਗਦੇ ਹਾਂ ਤੇ ਫਿਰ ਕਈ ਵਾਰੀ ਹੁੰਦਾ ਕਿ ਮੈਂ ਪੁਲਿਸ ਦੇ ਵਿੱਚ ਜਾਣਾ ਹੈ, ਜਾਂ ਫਿਰ ਮੈਂ ਬਾਹਰ ਜਾਣਾ ਹੈ, ਜਾਂ ਫਿਰ ਮੈਂ ਆਹ ਵਾਲੀ ਨੌਕਰੀ ਕਰਨੀ ਹੈ। ਫਿਰ ਉਸ ਨੌਕਰੀ ਦੇ ਲਈ ਕੁਛ ਸ਼ਰਤਾਂ ਹੁੰਦੀਆਂ, ਕੁਛ ਵਾਅਦੇ ਹੁੰਦੇ ਜਿਨ੍ਹਾਂ ਨੂੰ ਅਸੀਂ ਪੂਰਾ ਕਰਨਾ ਹੁੰਦਾ ਕਿ ਇਸ ਵੈਕੈਂਸੀ ਨੂੰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਗ੍ਰੈਜੂਏਸ਼ਨ ਜ਼ਰੂਰੀ ਹੈ, ਜਾਂ ਫਿਰ ਆਹ ਟੈਸਟ ਪਾਸ ਕਰਨਾ ਜ਼ਰੂਰੀ ਹੈ, ਜਾਂ ਬਾਹਰ ਜਾਣ ਦੇ ਲਈ ਤੁਹਾਡੇ ਲਈ ਆਹ ਹੈ ਨਾ ਕਰਨਾ ਜ਼ਰੂਰੀ ਹੈ। ਕਹਿੰਦਾ ਫਿਰ ਉਸ ਜਿਹੜਾ ਬੰਦਾ ਪੜ੍ਹਦਾ ਹੁੰਦਾ ਉਹਨਾਂ ਵਾਅਦਿਆਂ ਨੂੰ ਪੂਰਾ ਕਰਦਾ ਬਸ ਉੱਥੇ ਹੀ ਫਸਿਆ ਰਹਿੰਦਾ, ਜਦ ਕਿ ਪੜ੍ਹਨ ਵਾਲੇ ਨੂੰ ਪਤਾ ਹੁੰਦਾ ਉਹ ਕਿੰਨਾ ਕੁ ਵਧੀਆ ਪੜ੍ਹ ਰਿਹਾ ਜਾਂ ਕਿੰਨਾ ਔਖਾ ਹੋ ਕੇ ਜਾਂ ਸੌਖਾ ਹੋ ਕੇ ਪੜ੍ਹ ਰਿਹਾ। ਔਖੇ ਹੀ ਹੁੰਦੇ ਵੈਸੇ ਸਾਰੇ, ਹੈ ਨਾ, ਕਿਉਂਕਿ ਇੰਨਾ ਸੌਖਾ ਨਹੀਂ ਹੈਗਾ ਇਹ ਕੰਮ ਕਰਨਾ, ਪੜ੍ਹਨਾ। ਇੱਕ ਤਾਂ ਬੈਠਣਾ ਪੈਂਦਾ ਬੰਦੇ ਨੂੰ, ਮਨ ਨੂੰ ਟਿਕਾ ਕੇ ਰੱਖਣਾ ਪੈਂਦਾ, ਇੱਧਰ ਉੱਧਰ ਜੇ ਦੌੜਦਾ ਹੈ ਤਾਂ ਫਿਰ ਕੰਮ ਵਿਗੜਦਾ। ਕਹਿੰਦਾ ਵੈਕੈਂਸੀ ਦੇ ਹਾਵੇ, ਜੇਕਰ ਬੰਦਾ ਪੜ੍ਹੇ ਹੀ ਜਾਵੇ ਫਿਰ ਇਹ ਸੋਚਦਾ ਰਹਿੰਦਾ ਕਿ ਹੁਣ ਵੈਕੈਂਸੀ ਕਦ ਨਿਕਲੂਗੀ, ਹੈ ਨਾ, ਫਿਰ ਉਹਦੇ ਹਾਵਿਆਂ ਦੇ ਵਿੱਚ ਫਸਿਆ ਰਹਿੰਦਾ, ਹਾਵੇ ਭਾਵ ਦੁੱਖਾਂ ਦੇ ਵਿੱਚ ਫਸਿਆ ਰਹਿੰਦਾ। ਫਿਰ ਕਹਿੰਦਾ ਸਿਫਾਰਿਸ਼ ਦੀ ਟੋਹ, ਜੇ ਵੈਕੈਂਸੀ ਨਿਕਲ ਹੀ ਜਾਵੇ ਫਿਰ ਕੀ ਹੁੰਦਾ ਹੈ, ਆਪਾਂ ਸਿਫਾਰਿਸ਼ਾਂ ਟੋਲਦੇ ਰਹਿੰਦੇ ਵੀ ਸਿਫਾਰਿਸ਼ ਮਿਲ ਜਾਵੇ ਤਾਂ ਨੌਕਰੀ ਪੱਕੀ ਹੈ। ਫਿਰ ਦਰਦੀਆਂ ਦੇ ਹਾਵੇ, ਜੇਕਰ ਆਪਣਾ ਰਿਸ਼ਤੇਦਾਰ ਹੀ ਹੋਵੇ ਕੋਈ ਬੰਦਾ ਵੱਡਾ ਅਫਸਰ, ਫਿਰ ਉਹਨੇ ਸਾਡਾ ਦਰਦੀ ਭਾਵ ਹਮਦਰਦੀ ਜਿਹਾ ਹੈ ਨਾ ਬਣ ਕੇ ਮੋਹਰੇ ਆ ਜਾਣਾ, ਉਹਨੇ ਦਿਖਾਵਾ ਕਰਨਾ, ਹੈ ਨਾ, ਵੀ ਮੈਂ ਤੇਰਾ ਕੰਮ ਸਾਰ ਦੂੰਗਾ, ਪਰ ਹੁੰਦਾ ਉਹ ਦਿਖਾਵਾ ਹੀ ਹੈ। ਮੌਕੂਫੀ ਦਾ ਡਰ, ਮੌਕੂਫੀ ਕੀ ਹੁੰਦੀ ਹੈ, ਜੇਕਰ ਸਾਨੂੰ ਨੌਕਰੀ ਮਿਲ ਗਈ ਫਿਰ ਸਾਨੂੰ ਇਹ ਹੋਣਾ ਕਿ ਸਾਨੂੰ ਹੁਣ ਕੱਢੇ ਹੀ ਨਾ ਦੇਣ ਕਿਤੇ, ਅੱਜ ਨਾ ਕੱਢ ਦੇਣ ਕੱਲ੍ਹ ਨਾ ਕੱਢ ਦੇਣ। ਅਫਸਰਾਂ ਦੇ ਡਰਾਵੇ, ਅਫਸਰ ਡਰਾਵੇ ਦਿੰਦੇ ਰਹਿੰਦੇ ਆ, ਜੇਕਰ ਏਦਾਂ ਨਾ ਕੀਤੀ ਤਾਂ ਮੈਂ ਕਰ ਦੂੰ। ਜੇਕਰ ਨੌਕਰੀ ਤੋਂ ਕੱਢਦੇ ਨਹੀਂ ਤਾਂ ਇਹ ਤਾਂ ਹੈਗਾ ਹੀ ਹੈ ਵੀ ਬਦਲੀ ਦਾ ਡਰਾਵਾ ਤਾਂ ਹੁੰਦਾ ਹੀ ਹੈ ਕਿ ਮੈਂ ਇੱਥੋਂ ਤੇਰੀ ਉੱਧਰ ਕਰ ਦੂੰ। ਹੋ ਰਹੀ ਇੱਥੋਂ ਜਾ ਕੇ ਬੰਦਾ ਕਰਦਾ ਹੋਵੇ ਗੜ੍ਹਸ਼ੰਕਰ ਦੇ ਵਿੱਚ ਨੌਕਰੀ ਤੇ ਘਰ ਵੀ ਉਹਦਾ ਉੱਥੇ ਹੀ ਹੋਵੇ ਤੇ ਕਰ ਦਿੱਤੀ ਜਾਵੇ ਉਹਦੀ ਬਦਲੀ ਪਟਿਆਲੇ ਦੀ, ਤਾਂ ਆਪੇ ਬੰਦਾ ਖੱਜਲ ਖੁਆਰ ਹੋਊਗਾ। ਕਹਿੰਦਾ ਰਿਡਕਸ਼ਨ ਤੇ ਸ਼ਾਂਤੀ, ਰੌਲੇ ਅਵਾੜੇ, ਤੇ ਕਈ ਵਾਰੀ ਰਿਡਕਸ਼ਨ ਕਰ ਦਿੱਤੀ ਜਾਂਦੀ ਹੈ ਨੌਕਰੀਆਂ ਦੇ ਵਿੱਚ, ਉਹਨਾਂ ਨੂੰ ਘਟਾ ਦਿੱਤਾ ਜਾਂਦਾ, ਇਹਦਾ ਸ਼ਾਂਤੀ ਕਰ ਲਈ ਜਾਂਦੀ ਹੈ। ਜਿਵੇਂ ਮੈਰਿਟ ਬਣਦੀ ਹੈ ਤਾਂ ਮੈਰਿਟ ਦੇ ਵਿੱਚੋਂ ਕਈ ਵਾਰੀ ਸ਼ਾਂਤੀ ਕਰ ਲਈ ਜਾਂਦੀ ਵੀ ਇੰਨੇ ਕੇ ਰੱਖਣੇ ਆ। ਜਾਂ ਫਿਰ ਹੁਣ ਦੇਖ ਲਓ ਆਪਣੀ ਮਹਾਮਾਰੀ ਫੈਲੀ ਹੈ ਤਾਂ ਕਈ ਕੰਪਨੀਆਂ ਨੇ, ਕਈ ਸੰਸਥਾਵਾਂ ਨੇ ਇਹ ਕੀਤਾ ਹੈ ਕਿ ਜਿੱਥੇ 100 ਬੰਦਾ ਕੰਮ ਕਰਦਾ ਸੀਗਾ ਉਹਨਾਂ ਨੂੰ ਘਟਾ ਕੇ ਉਹਨਾਂ ਨੇ 50 ਕਰ ਦਿੱਤੀ, ਉਹਨਾਂ ਦੀ ਗਿਣਤੀ 50 ਤੋਂ 100 ਵਾਲਾ ਕੰਮ ਲਈ ਜਾਂਦਾ। ਉਹ ਵਿਚਾਰੇ ਫਿਰ ਸ਼ੁਕਰ ਰੱਬ ਦਾ ਕਰੀ ਜਾਂਦਾ, ਸ਼ੁਕਰ ਹੈ ਮੈਨੂੰ ਨਹੀਂ ਕੱਢਿਆ। ਜਿਹੜਾ ਕੱਢ ਦਿੱਤਾ ਜਾਂਦਾ ਉਹ ਵਿਚਾਰਾ ਫਿਰ ਧੱਕੇ ਖਾਂਦਾ। ਇਹ ਅਲੱਗ ਜ਼ਿੰਦਗੀ ਦਾ ਪੁਆੜਾ ਹੈ। ਉਹ ਫਿਰ ਰੋਟੀ ਕਿੱਥੋਂ ਖਾਊਗਾ ਜਿਹੜਾ ਇੰਨੇ ਸਮੇਂ ਦਾ ਕੰਮ ਕਰ ਰਿਹਾ ਸੀਗਾ ਤੇ ਹੁਣ ਉਹ ਵਿਹਲਾ ਬੈਠ ਗਿਆ ਕਿਉਂਕਿ ਉਹਨੂੰ ਸ਼ਾਂਤੀ ਕਰਕੇ ਕੱਢ ਦਿੱਤਾ ਗਿਆ। ਇਹ ਵੱਖਰਾ ਇੱਕ ਡਰ ਹੈ। ਕਹਿੰਦਾ ਖੁਦਾਇਆ ਏ ਪਾਏ ਨਹੀਂ ਕੀ ਪੁਆੜੇ, ਕਹਿੰਦਾ ਇਹ ਖੁਦਾ ਨੇ ਕਿਹੜੇ ਕਿਹੜੇ ਪੁਆੜਿਆਂ ਦੇ ਵਿੱਚ ਇਨਸਾਨ ਨੂੰ ਫਸਾਇਆ ਹੋਇਆ। ਕਹਿੰਦਾ ਫਸਾਦਾਂ ਦੇ ਕਮਸਾਨ, ਮਜ਼ਬੀ ਤਰੇੜਾਂ, ਨਿਗੂਣੀਆਂ ਕਿਰੜਾਂ, ਨਿਕੰਮੀਆਂ ਛੇੜਾਂ, ਚੁਆਤੀਆਂ ਚੇੜਾਂ, ਉਖੇੜਾਂ ਦਰੇੜਾਂ, ਭਰਾਵਾਂ ਦੇ ਝਗੜੇ ਨਖੇੜੇ ਤੇ ਪਾੜੇ, ਖੁਦਾਇਆ ਏ ਪਾਏ ਨਹੀਂ ਕੀ ਪੁਆੜੇ। ਕਹਿੰਦਾ ਫਸਾਦਾਂ ਦੇ ਕਮਸਾਨ, ਕਹਿੰਦਾ ਮਜ਼ਬੀ ਤਰੇੜਾਂ, ਅਸੀਂ ਸੰਸਾਰਕ ਜੀਵ ਕਈ ਤਰ੍ਹਾਂ ਦੇ ਫਸਾਦਾਂ ਵਿੱਚ ਫਸੇ ਰਹਿੰਦੇ ਹਾਂ। ਕਿਹੜੇ ਫਸਾਦਾਂ ਵਿੱਚ? ਮਜ਼ਬੀ,
ਫਸਾਦਾਂ ਦੇ ਵਿੱਚ, ਮਜ਼ਹਬੀ ਭਾਵ ਧਰਮ ਦੇ ਝਗੜਿਆਂ ਦੇ ਵਿੱਚ ਆਪਾਂ ਫਸੇ ਰਹਿੰਦੇ ਹਾਂ, ਜਦ ਕਿ ਧਰਮ ਤਾਂ ਸਾਨੂੰ ਬੁਰਾ ਕਰਨ ਦੇ ਲਈ ਕਹਿੰਦਾ ਹੀ ਨਹੀਂ, ਇੱਕ ਦੂਜੇ ਨੂੰ ਬੁਰਾ ਕਹਿੰਦਾ ਹੀ ਨਹੀਂ। ਹਰ ਧਰਮ ਦੇ ਵਿੱਚ ਇਹ ਲਿਖਿਆ ਹੋਇਆ ਉਹਨਾਂ ਦੀਆਂ ਧਾਰਮਿਕ ਕਿਤਾਬਾਂ ਦੇ ਵਿੱਚ ਕਿ ਰੱਬ ਇੱਕ ਹੈ। ਅਸੀਂ ਉਹਨਾਂ ਦੇ ਨਾਮ ਬਦਲ ਦਿੱਤੇ ਤੇ ਰੱਬ ਨੂੰ ਅਸੀਂ ਇੱਕ ਮੰਨਦੇ ਵੀ ਨਹੀਂ ਹੈਗੇ। ਜੇਕਰ ਮੇਰੇ ਬਾਬੇ ਨੂੰ ਕਿਸੇ ਨੇ ਕੁਝ ਕਹਿ ਦਿੱਤਾ ਤਾਂ ਫਿਰ ਮੈਂ ਝੱਲਣਾ ਨਹੀਂ ਉਹਨੂੰ, ਜਦ ਕਿ ਬਾਬਾ ਜੀ ਨੂੰ ਤਾਂ ਕੋਈ ਸਮੱਸਿਆ ਹੀ ਨਹੀਂ ਹੈ। ਕਹਿੰਦਾ ਇਹਨਾਂ ਫਸਾਦਾਂ ਦੇ ਵਿੱਚ ਅਸੀਂ ਫਸੇ ਰਹਿੰਦੇ ਹਾਂ ਤੇ ਆਪਸੀ ਸਾਡੀਆਂ ਤਰੇੜਾਂ ਜਿਹੜੀਆਂ ਸਾਡੇ ਆਪਸ ਦੇ ਵਿੱਚ ਪੈ ਜਾਂਦੀਆਂ। ਕਹਿੰਦਾ ਨਿਗੂਣੀਆਂ ਕਿਰੜਾਂ ਨਿਕੰਮੀਆਂ ਛੇੜਾਂ, ਨਿਗੂਣੀਆਂ ਕਿਰੜਾਂ, ਛੋਟੀ ਛੋਟੀਆਂ ਮਾੜੀਆਂ ਮਾੜੀਆਂ ਗੱਲਾਂ 'ਚ ਅਸੀਂ ਫਸੇ ਰਹਿੰਦੇ ਹਾਂ। ਕਿਰੜਾਂ ਭਾਵ ਬਦਲੇ ਦੀ ਭਾਵਨਾ ਫਿਰ ਸਾਡੇ ਵਿੱਚ ਬਣ ਜਾਂਦੀ ਹੈ ਤੇ ਨਿਕੰਮੀਆਂ ਛੇੜਾਂ ਫਿਰ ਅਸੀਂ ਹੋਰ ਹੀ ਬਸ ਆਪਾਂ ਇੱਕ ਦੂਜੇ ਨੂੰ ਛੇੜਨੇ ਨੂੰ ਫਿਰਦੇ ਰਹਿੰਦੇ ਹਾਂ ਕਿ ਇੱਕ ਵਾਰੀ ਗੱਲ ਤਾਂ ਕਰੇ ਫਿਰ ਮੈਂ ਦੇਖੂੰਗਾ ਇਹਨੂੰ। ਚੁਆਤੀਆਂ ਚੇੜਾਂ, ਅੱਗ ਲਾਉਂਦੇ ਫਿਰਦੇ ਆਪਾਂ ਇੱਕ ਦੂਜੇ ਨੂੰ ਬਰਬਾਦ ਕਰਨ ਦੇ ਲਈ। ਉਖੇੜਾਂ ਦਰੇੜਾਂ ਪਿਆ ਬਸ ਮੈਂ ਇਹਨੂੰ ਉਖਾੜ ਦੇਣਾ, ਇਹਨੂੰ ਮੈਂ ਖਤਮ ਕਰ ਦੇਣਾ, ਇਹਦੀ ਹੋਂਦ ਹੀ ਖਤਮ ਕਰ ਦੇਣੀ ਆ। ਭਰਾਵਾਂ ਦੇ ਝਗੜੇ, ਭਰਾ ਭਰਾ ਨੂੰ ਝੱਲ ਨਹੀਂ ਰਿਹਾ, ਮਾੜੀ ਮਾੜੀ ਗੱਲ ਤੇ ਉਹ ਲੜੀ ਜਾਂਦੇ ਆ। ਨਖੇੜੇ ਤੇ ਪਾੜੇ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਦਰਾੜਾਂ ਵੱਧ ਰਹੀਆਂ, ਪੁਆੜੇ ਪੈ ਰਹੇ ਆ। ਕਹਿੰਦਾ ਖੁਦਾਇਆ ਇਹ ਪਾਏ ਨਹੀਂ ਕੀ ਪੁਆੜੇ। ਇਸ ਸੰਸਾਰ ਦੇ ਵਿੱਚ ਇਨਸਾਨ ਜਿਹੜਾ ਇਹਨਾਂ ਪੁਆੜਿਆਂ ਦੇ ਵਿੱਚ ਫਸਿਆ ਹੋਇਆ। ਵਿਖਾਲੇ ਦੇ ਹੰਝੂ ਤੇ ਫਰਜੀ ਡਰਾਮੇ, ਸੁਲ੍ਹਾ ਦੇ ਬਹਾਨੇ ਤੇ ਦੰਗੇ ਹੰਗਾਮੇ, ਕਦਾਰੇ ਮੁਕੰਦੇ ਮਰਾਜੇ ਤੇ ਗਾਮੇ, ਅਮਨ ਦੇ ਮੁਦਈਆਂ ਦੇ ਜੰਗੀ ਅਖਾੜੇ, ਖੁਦਾਇਆ ਇਹ ਪਾਏ ਨਹੀਂ ਕੀ ਪੁਆੜੇ। ਕਹਿੰਦਾ ਦਿਖਾਲੇ ਦੇ ਹੰਝੂ, ਕਹਿੰਦਾ ਇਸ ਸੰਸਾਰ ਦੇ ਵਿੱਚ ਦਿਖਾਵੇ ਦੇ ਹੰਝੂ ਵਧੇਰੇ ਹੁੰਦੇ ਆ। ਮਤਲਬ ਜੇਕਰ ਕਿਸੇ ਨੂੰ ਤਕਲੀਫ ਹੈ ਤਾਂ ਦੂਜਾ ਜਾਣਾ ਉਹਦੀ ਦੁੱਖ ਥੋੜ੍ਹੀ ਮੰਨਦਾ, ਸਿਰਫ ਉਹ ਉਹਨੂੰ ਦਿਖਾਵਾ ਕਰ ਰਿਹਾ ਹੁੰਦਾ, ਡਰਾਮਾ ਕਰ ਰਿਹਾ ਹੁੰਦਾ, ਬਸ ਫਰਜ਼ ਪੂਰਾ ਕਰ ਰਿਹਾ ਹੁੰਦਾ ਉਹਨੂੰ ਅਗਲੇ ਨੂੰ ਪੁੱਛ ਕੇ ਵੀ ਅੱਛਾ ਤੁਹਾਡੇ ਆਹ ਕੁਛ ਹੋ ਗਿਆ, ਉਹ ਬੜਾ ਅਫਸੋਸ ਹੋਇਆ ਹੈ ਨਾ, ਬਸ ਆਪਣਾ ਉਹ ਫਰਜ਼ ਪੂਰਾ ਕਰਦਾ, ਫਰਜ਼ ਨੂੰ ਇੱਕ ਡਰਾਮਾ ਦੱਸ ਰਿਹਾ ਕਵੀ। ਵਾਕਈ ਇਹ ਸੱਚਾਈ ਹੈ। ਦੁੱਖ ਸਿਰਫ ਉਸ ਪਰਿਵਾਰ ਨੂੰ ਹੁੰਦਾ ਜਿਹਦੇ ਵਿੱਚ ਕੋਈ ਦੁਖਦ ਘਟਨਾ ਘਟੀ ਹੁੰਦੀ ਹੈ, ਬਾਕੀ ਤਾਂ ਸਿਰਫ ਫਰਜ਼ ਪੂਰਾ ਕਰਨ ਆਉਂਦੇ ਆ ਘੜੀ ਦੀ ਘੜੀ ਤੇ ਉਸ ਤੋਂ ਬਾਅਦ ਫਿਰ ਆਪਣੀ ਜ਼ਿੰਦਗੀ ਵਿੱਚ ਮਸਤ ਹੋ ਜਾਂਦੇ ਆ। ਮਨ ਦੇ ਵਿੱਚ ਉਹਨਾਂ ਦੇ ਦੁੱਖ ਨਹੀਂ ਹੁੰਦਾ ਅਗਲੇ ਦੇ ਲਈ। ਕਹਿੰਦਾ ਸੁਲ੍ਹਾ ਦੇ ਬਹਾਨੇ ਤੇ ਦੰਗੇ ਹੰਗਾਮੇ, ਕਦਾਰੇ ਮੁਕੰਦੇ ਮਰਾਜੇ ਤੇ ਗਾਮੇ। ਇਹ ਕਦਾਰੇ ਮੁਕੰਦੇ ਮਰਾਜੇ ਗਾਮੇ ਇਹ ਕੀ ਹੈ? ਵੱਖ ਵੱਖ ਕਿਰਦਾਰ ਹੈ ਜਿਹੜੇ ਕਿ ਸੁਲ੍ਹਾ ਦੇ ਬਹਾਨੇ, ਉਹ ਕਹਿੰਦੇ ਕਿ ਅਸੀਂ ਸੁਲ੍ਹਾ ਕਰਵਾ ਦੇਵਾਂਗੇ। ਜਿੱਥੇ ਦੋ ਧਿਰਾਂ ਆਪਸ ਦੇ ਵਿੱਚ ਲੜ ਰਹੀਆਂ ਹੋਣ ਉਹ ਇਹ ਕਹਿੰਦੇ ਆ ਕਿ ਅਸੀਂ ਸੁਲ੍ਹਾ ਕਰਾ ਦੇਵਾਂਗੇ ਤੁਹਾਡੀ, ਪਰ ਅਸਲ ਦੇ ਵਿੱਚ ਦੰਗੇ ਹੰਗਾਮੇ ਕਰਵਾਉਣ ਵਾਲੇ ਉਹੀ ਲੋਕ ਹੁੰਦੇ ਆ। ਕਹਿੰਦਾ ਅਮਨ ਦੇ ਮੁਦਈਆਂ ਦੇ ਜੰਗੀ ਅਖਾੜੇ। ਅਮਨ ਦੇ ਮੁਦਈਆਂ, ਅਮਨ ਕੀ ਹੁੰਦਾ ਹੈ? ਸ਼ਾਂਤੀ। ਮੁਦਈ ਕਿਆ ਹੁੰਦਾ? ਦਾਵਾ ਕਰਨ ਵਾਲੇ। ਇਹ ਲੋਕ ਕੌਣ ਹੈ? ਦਾਵਾ ਕਰਦੇ ਆ ਕਿ ਅਸੀਂ ਤੇ ਸ਼ਾਂਤੀਆਂ ਵਾਲੇ ਆ ਤੇ ਤੁਹਾਡੀ ਆਪਸ ਦੇ ਵਿੱਚ ਆਪਾਂ ਵੱਜਣ ਨਹੀਂ ਦੇਵਾਂਗੇ, ਅਸੀਂ ਤੁਹਾਡਾ ਜਿਹੜਾ ਇਹ ਕੋਈ ਵੀ ਝਗੜਾ ਹੈ ਉਹਨੂੰ ਨਿਪਟਾ ਦੇਵਾਂਗੇ। ਪਰ ਅਸਲ ਦੇ ਵਿੱਚ ਉਹੀ ਅਮਨ ਕਹਿਣ ਵਾਲੇ, ਸ਼ਾਂਤੀ ਕਹਿਣ ਵਾਲੇ ਲੋਕ ਹੀ ਕਹਿੰਦਾ ਜੰਗੀ ਅਖਾੜੇ ਖੜੇ ਕਰ ਦਿੰਦੇ ਆ, ਦੋ ਧਿਰਾਂ ਨੂੰ ਚੰਗੀ ਤਰ੍ਹਾਂ ਹੀ ਆਪਸ ਵਿੱਚ ਲੜਾ ਦਿੰਦੇ ਆ। ਖੁਦਾਇਆ ਹੀ ਪਾਏ ਨਹੀਂ ਕੀ ਪੁਆੜੇ। ਪੁਜਾਰੀ ਦੀ ਤੂੰ ਮੌਲਵੀ ਦੀ ਮਲਾਮਤ, ਹਕੂਮਤ ਦਾ ਡਰ, ਫਿਰਕੇਦਾਰੀ ਦੀ ਲਾਨਤ, ਆਜ਼ਾਦੀ ਦੇ ਸੁਪਨੇ, ਗੁਲਾਮੀ ਦੀ ਸ਼ਾਮਤ, ਪਰਾਈ ਪਰੇ ਦੁਸ਼ਮਣਾਂ ਦੇ ਦੁਗਾੜੇ, ਖੁਦਾਇਆ ਇਹ ਪਾਏ ਨਹੀਂ ਕੀ ਪੁਆੜੇ। ਕੀ ਕਹਿੰਦਾ? ਕਹਿੰਦਾ ਪੁਜਾਰੀ ਦੀ ਤੂੰ ਪੁਜਾਰੀ ਨੇ ਆਪਣਾ ਰੌਲਾ ਪਾਇਆ ਹੁੰਦਾ ਕਿ ਸਾਡਾ ਜਿਹੜਾ ਆਹ ਧਰਮ ਹੈ ਇਹ ਤਾਂ ਏਦਾਂ ਕਹਿੰਦਾ। ਕਹਿੰਦਾ ਮੌਲਵੀ ਦੀ ਮਲਾਮਤ ਕੀ ਹੁੰਦੀ ਹੈ? ਨਿੰਦਿਆ ਕਰਨੀ। ਮੌਲਵੀ ਆਪਣੀ ਕਲਾ ਦੱਸਦਾ ਰਹਿੰਦਾ, ਆਪਣੀ ਸਿੱਖਿਆ ਦੱਸਦਾ ਰਹਿੰਦਾ। ਕਹਿੰਦਾ ਹਕੂਮਤ ਦਾ ਡਰ ਵੀ ਬਣਿਆ ਰਹਿੰਦਾ ਵੀ ਸਰਕਾਰਾਂ ਇਹ ਨਾ ਕਰ ਦੇਣ ਉਹ ਨਾ ਕਰ ਦੇਣ, ਹਨਾ, ਨਿਯਮ ਨਾ ਬਦਲ ਦੇਣ ਜਿਹੜਾ ਸਾਨੂੰ ਕਿਤੇ ਕੁਛ ਗਲਤ ਅਸਰ ਪਵੇ। ਕਹਿੰਦਾ ਫਿਰਕੇਦਾਰੀਆਂ ਦੀ ਲਾਨਤ, ਫਿਰਕਿਆਂ ਦੇ ਵਿੱਚ ਵੰਡੇ ਹੋਏ ਆ ਉਹ ਵੀ ਇੱਕ ਲਾਨਤ ਹੈ। ਕਹਿੰਦਾ ਉਹਦੇ ਵਿੱਚ ਵੀ ਸਾਡੇ ਜਿਹੜੇ ਦੁਨੀਆ ਦੇ ਲੋਕ ਆ ਉਹਨਾਂ ਨੂੰ ਫਸਾਇਆ ਹੋਇਆ। ਕਹਿੰਦਾ ਆਜ਼ਾਦੀ ਦੇ ਸੁਪਨੇ, ਗੁਲਾਮੀ ਦੀ ਸ਼ਾਮਤ ਕੀ ਹੁੰਦੀ ਹੈ? ਬਦਕਿਸਮਤੀ ਹੈ ਨਾ। ਜੇਕਰ ਗੁਲਾਮੀ ਹੋਵੇ ਤਾਂ ਫਿਰ ਬੰਦਾ ਆਜ਼ਾਦੀ ਦੇ ਸੁਪਨੇ ਦੇਖਦਾ, ਫਿਰ ਵੀ ਉਹਨਾਂ ਗੱਲਾਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਨਾ। ਦੁੱਖ ਤਾਂ ਝੱਲਣੇ ਪੈਂਦੇ ਬੰਦੇ ਨੂੰ। ਪਰਾਈ ਪਰਾ ਦੇ ਵਿੱਚ, ਸਭਾ ਦੇ ਵਿੱਚ ਕਹਿੰਦਾ ਦੁਸ਼ਮਣਾਂ ਦੇ ਦੁਗਾੜੇ। ਜੇਕਰ ਅਸੀਂ ਕਿਸੇ ਤੀਜੇ ਦੀ ਸਭਾ ਦੇ ਵਿੱਚ ਬੈਠੇ ਹੋਈਏ ਤੇ ਫਿਰ ਉੱਥੇ ਜਿਹੜਾ ਦੁਸ਼ਮਣ ਹੁੰਦਾ ਉਹ ਦੁਗਾੜੇ ਭਾ ਬੰਦੂਕ ਦੀ ਗੋਲੀ ਚਲਾਣਾ, ਉਹ ਵੀ ਏਦਾਂ ਦੇ ਕੰਮ ਕਰਦਾ ਰਹਿੰਦਾ। ਕਹਿੰਦਾ ਹੇ ਰੱਬਾ ਤੂੰ ਇਹ ਕਿਹੜੇ ਚੱਕਰਾਂ ਦੇ ਵਿੱਚ ਪਾਇਆ ਹੋਇਆ ਇੱਕ ਇਨਸਾਨ ਨੂੰ। ਕਹਿੰਦਾ ਖੁਦਾਇਆ ਇਹ ਬਾਏ ਨਹੀਂ ਕੀ ਪੁਆੜੇ। ਨੁਮਾਇਸ਼ ਦੇ ਟਿੱਕੇ ਤੇ ਦਿਲ ਕਾਲੇ ਕਾਲੇ, ਫਰਿਸ਼ਤੇ ਦੀ ਮੂਰਤ, ਕਸਾਈਆਂ ਦੇ ਚਾਲੇ, ਬਗਲ ਵਿੱਚ ਛੁਰੀ, ਸਿਰ ਤੇ ਦੋਹਰੇ ਦੁਮਾਲੇ, ਸ਼ੈਤਾਨੀ ਅਮਲ ਤੇ ਸ਼ਰਈਆਂ ਦੇ ਦਾੜੇ, ਖੁਦਾਇਆ ਇਹ ਪਾਏ ਨਹੀਂ ਕੀ ਪੁਆੜੇ। ਕੀ ਕਹਿੰਦਾ? ਕਹਿੰਦਾ ਨੁਮਾਇਸ਼ ਦੇ ਟਿੱਕੇ। ਨੁਮਾਇਸ਼ ਕੀ ਹੁੰਦਾ? ਦਿਖਾਵੇ ਦੇ ਨਾਲ ਤਾਂ ਕਹਿੰਦਾ ਇਸ ਸੰਸਾਰ ਦੇ ਵਿੱਚ ਕਈ ਲੋਕਾਂ ਨੇ ਟਿੱਕਾ ਲਾਇਆ ਹੁੰਦਾ। ਟਿੱਕੇ ਵਾਲਾ ਤਾਂ ਐਂ ਲੱਗਦਾ ਵੀ ਰੱਬ ਨਾਲ ਜੁੜਿਆ ਹੋਇਆ। ਕਹਿੰਦਾ ਤੇ ਦਿਲ ਕਾਲੇ ਕਾਲੇ, ਪਰ ਉਹਨਾਂ ਦੇ ਦਿਲ ਤਾਂ ਕਾਲੇ ਹੁੰਦੇ। ਕਹਿੰਦਾ ਫਰਿਸ਼ਤੇ ਦੀ ਮੂਰਤ, ਫਰਿਸ਼ਤਾ ਜੋ ਸਾਡੇ ਲਈ ਚੰਗਾ ਕੁਛ ਕਰਨ ਦੇ ਲਈ ਆਇਆ ਹੁੰਦਾ। ਕਹਿੰਦਾ ਫਰਿਸ਼ਤੇ ਦੀ ਮੂਰਤ, ਚਿਹਰਾ ਤਾਂ ਹੁੰਦਾ ਹੈ ਫਰਿਸ਼ਤਿਆਂ ਵਰਗਾ, ਕਸਾਈਆਂ ਦੇ ਚਾਲੇ, ਪਰ ਕੰਮ ਕਿੱਦਾਂ ਦੇ ਹੁੰਦੇ ਉਹਦੇ ਕਸਾਈਆਂ ਵਰਗੇ, ਮਾਰ ਦੇਣ ਵਾਲੇ। ਕਹਿੰਦਾ ਬਗਲ ਵਿੱਚ ਛੁਰੀ, ਸਿਰ ਤੇ ਦੋਹਰੇ ਦੁਮਾਲੇ। ਬਗਲ ਦੇ ਵਿੱਚ ਤਾਂ ਛੁਰੀ ਰੱਖਦਾ ਇੱਕ ਇਨਸਾਨ
ਮਾਰਨ ਵਾਲਾ ਕੋਈ ਹਥਿਆਰ ਰੱਖਦਾ, ਗਲਤ ਕੰਮ ਕਰਦਾ ਉਹ। ਕਹਿੰਦਾ ਸਿਰ ਤੇ ਦੋਹਰੇ ਦੁਮਾਲੇ, ਦੁਮਾਲੇ ਹੁੰਦੇ ਪੱਗ, ਤੇ ਉਹਨੇ ਸਿਰ ਦੇ ਉੱਤੇ ਦੋਹਰੇ ਦੋਹਰੇ ਦੁਮਾਲੇ ਪੱਗਾਂ ਬੰਨੀਆਂ ਹੁੰਦੀਆਂ ਵੀ ਲੋਕਾਂ ਨੂੰ ਭੁਲੇਖਾ ਪੈਂਦਾ ਰਵੇ ਕਿ ਇਹ ਤਾਂ ਚੰਗਾ ਹੀ ਬਹੁਤ ਹੈ ਇਨਸਾਨ। ਕਹਿੰਦਾ ਸ਼ੈਤਾਨੀ ਅਮਲ ਤੇ ਸ਼ਰਈਆਂ ਦੇ ਦਾੜੇ। ਤੇ ਇਨਸਾਨ ਜਿਹੜਾ ਸ਼ੈਤਾਨੀ ਅਮਲ ਕਰਦਾ, ਸ਼ੈਤਾਨੀ ਅਮਲ ਭਾਵ ਸ਼ੈਤਾਨੀਆਂ ਵਾਲੇ ਕੰਮ, ਅਮਲ ਕੰਮਕਾਰ ਕਰਨਾ, ਗਲਤ ਕੰਮ ਕਰਨਾ, ਤੇ ਸ਼ਰਈਆਂ ਦੇ ਦਾੜੇ। ਸ਼ਰਈਆਂ ਦੇ ਦਾੜੇ ਇਸਲਾਮ ਧਰਮ ਦੇ ਵਿੱਚ ਜਿਹੜੇ ਲੋਕ ਕੱਟੜ ਹੁੰਦੇ ਆ, ਇਸਲਾਮ ਦੀ ਉਹ ਕਿਉਂ ਗੱਲ ਕਰ ਲਈ, ਆਪਾਂ ਕਿਸੇ ਵੀ ਧਰਮ ਦੀ ਗੱਲ ਕਰਦੇ ਹਾਂ, ਹੈਨਾ। ਸ਼ਰਈ ਵੈਸੇ ਸ਼ਬਦ ਜਿਹੜਾ ਉਹ ਇਸਲਾਮ ਧਰਮ ਦੇ ਵਿੱਚ ਵਰਤਿਆ ਜਾਂਦਾ, ਪਰ ਅਸੀਂ ਕਿਸੇ ਵੀ ਧਰਮ ਦੀ ਗੱਲ ਕਰ ਲਈਏ ਜਿੱਥੇ ਬੰਦਾ ਕੱਟੜਤਾ ਦੇ ਨਾਲ ਚੱਲਦਾ ਕਿ ਮੈਂ ਇਸ ਧਰਮ ਦੇ ਵਿੱਚ ਇਸ ਗੱਲ ਤੋਂ ਬਿਨਾਂ ਹੋਰ ਕੋਈ ਗੱਲ ਕਰਨੀ ਹੀ ਨਹੀਂ ਦੇਣੀ, ਵੀ ਇਹੀ ਬਸ ਚੱਲੂਗੀ, ਤੇ ਫਿਰ ਉਹ ਤਾਂ ਕੱਟੜਤਾ ਹੈ, ਉਹਦੇ ਵਿੱਚ ਤਾਂ ਕੁਛ ਵੀ ਚੰਗਾ ਨਹੀਂ ਹੈਗਾ। ਕਹਿੰਦਾ ਇਹੋ ਜਿਹੇ ਲੋਕ ਦਿਖਾਉਂਦੇ ਤਾਂ ਆਪਣੇ ਆਪ ਨੂੰ ਰੱਬ ਦੇ ਦੂਤ ਹੈ, ਸ਼ਾਂਤੀ ਵਾਲੇ ਬੰਦੇ ਦੱਸਦੇ ਆਪਣੇ ਆਪ ਨੂੰ, ਪਰ ਉਹ ਕੰਮ ਸ਼ੈਤਾਨਾਂ ਵਾਲੇ ਕਰਦੇ ਆ। ਕਹਿੰਦਾ ਹੇ ਰੱਬਾ, ਤੂੰ ਇਸ ਸੰਸਾਰ ਨੂੰ ਕਿਹੜੇ ਚੱਕਰਾਂ ਦੇ ਵਿੱਚ ਪਾਇਆ ਹੋਇਆ, ਕਿਹੜੇ ਅਮਲਾਂ ਦੇ ਵਿੱਚ ਫਸਾਇਆ ਹੋਇਆ। ਕਹਿੰਦਾ ਕਿੰਨੇ ਪੁਆੜੇ ਆ ਇਸ ਸੰਸਾਰ ਦੇ ਵਿੱਚ। ਇਹ ਸੀਗੀ ਬੱਚਿਓ ਕਵਿਤਾ, ਗੀਤ ਹੈ ਅਸਲ ਦੇ ਵਿੱਚ ਇਹ ਧਨੀ ਰਾਮ ਚਾਤਰਿਕ ਦਾ ਲਿਖਿਆ ਹੋਇਆ।